सारे जय मसीह दी। मैं ਤੁਹਾਡਾ ਆਪਣਾ ਭਰਾ ਵਿਕਰਮ ਅੱਜ ਫਿਰ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਕਲਾਮ ਦੇ ਵਿੱਚੋਂ ਇੱਕ ਭਜਨ ਤੇ ਇੱਕ ਛੋਟਾ ਜਿਹਾ ਟੌਪਿਕ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਇਆ, ਜੋ ਕਿ ਟੌਪਿਕ ਹੈ ਤੇ ਭਜਨ ਹੈ ਗਵਾਹੀ ਹੈ। ਤੇ ਗਵਾਹੀ ਦੇ ਉੱਤੇ ਆਪਾਂ ਗੱਲ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੀ ਜੀ ਉੱਠਣ ਦੀ ਗਵਾਹੀ, ਜਾਂ ਪ੍ਰਭੂ ਯਿਸੂ ਮਸੀਹ ਨੇ ਜੋ ਚਿੰਨ੍ਹ ਚਮਤਕਾਰ ਕੀਤੇ, ਜਿੱਦਾਂ ਕਿ ਬਾਈ ਐਗਜ਼ਾਮਪਲ ਪ੍ਰਭੂ ਯਿਸੂ ਮਸੀਹ ਨੇ ਸਭ ਤੋਂ ਵੱਡਾ ਚਮਤਕਾਰ ਜੋ ਕਿ ਲਾਜ਼ਰ ਨੂੰ ਮੁਰਦਿਆਂ ਦੇ ਵਿੱਚੋਂ ਜੀਵਤ ਕੀਤਾ, ਜਿਸ ਦੀਆਂ ਭੈਣਾਂ ਕਹਿੰਦੀਆਂ ਸੀਗੀਆਂ ਕਿ ਸਾਡੇ ਭਰਾ ਨੂੰ ਮਰੇ ਹੋਏ ਨੂੰ 4 ਦਿਨ ਹੋ ਗਏ ਤੇ ਉਸਦੀ ਡੈੱਡ ਬੋਡੀ ਦੇ ਵਿੱਚੋਂ ਹੁਣ ਸਮੈਲ ਆਉਣ ਲੱਗ ਪਈ। ਪਰ ਪ੍ਰਭੂ ਨੇ ਕਿਹਾ ਕਿ ਜਦੋਂ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਦੇ ਨਾਲ ਗੱਲ ਕਰਦਾ ਕਿ ਕਹਿੰਦਾ ਕਿ ਪਿਤਾ ਮੇਰੇ ਕਰਕੇ ਨਹੀਂ, ਪਰ ਇਹਨਾਂ ਲੋਕਾਂ ਨੂੰ ਇਹ ਦਿਖਾਉਣ ਕਰਕੇ, ਕਹਿੰਦਾ ਮੈਂ ਜਾਣਦਾ ਕਿ ਤੂੰ ਮੇਰੀ ਖਾਤਰ ਇਹ ਕਰ ਸਕਦਾ ਹੈ, ਪਰ ਇਹਨਾਂ ਨੂੰ ਵਿਸ਼ਵਾਸ ਹੋ ਜਾਵੇ ਕਿ ਮੈਂ ਤੇਰੇ ਵੱਲੋਂ ਭੇਜਿਆ ਗਿਆ ਆ, ਤੂੰ ਲਾਜ਼ਰ ਨੂੰ ਜਿੰਦਾ ਕਰ। ਤੇ ਪ੍ਰਭੂ ਯਿਸੂ ਮਸੀਹ ਨੇ ਲਿਖਿਆ ਕਿ ਜਦੋਂ ਪ੍ਰਭੂ ਯਿਸੂ ਮਸੀਹ ਨੇ ਆਵਾਜ਼ ਮਾਰੀ, ਲਾਜ਼ਰ ਜਿੰਦਾ ਹੋ ਕੇ ਬਾਹਰ ਆ ਗਿਆ। ਫਿਰ ਆਪਾਂ ਗੱਲ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਵਚਨ ਬਾਰੇ, ਜੋ ਕਿ 2 ਅੰਨੇ ਸੀਗੇ। ਜਦੋਂ ਪ੍ਰਭੂ ਯਿਸੂ ਮਸੀਹ ਜਾ ਰਹੇ ਸੀ, ਰਸਤੇ ਦੇ ਵਿੱਚ ਆਵਾਜ਼ਾਂ ਦਿੰਦੇ ਸੀ। ਬਹੁਤ ਸਾਰੇ ਚੇਲਿਆਂ ਨੇ ਉਹਨਾਂ ਨੂੰ ਭਜਾਉਣ ਦੀ ਤੇ ਉਹਨਾਂ ਦੀ ਆਵਾਜ਼ ਨੂੰ ਧੀਮਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਹੋਰ ਵੀ ਉੱਚੀ ਬੋਲਣ ਲੱਗ ਪਏ। ਪਰ ਉਹ ਗਵਾਹੀ ਇਹ ਆ ਕਿ ਯਿਸੂ ਮਸੀਹ ਨੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਵਿਸ਼ਵਾਸ ਕਰਦੇ ਆ ਕਿ ਮੈਂ ਤੁਹਾਨੂੰ ਚੰਗਾ ਕਰ ਸਕਦਾ, ਤਾਂ ਉਹਨੇ ਕਿਹਾ ਹਾਂਜੀ। ਤੇ ਉਸੇ ਟਾਈਮ ਉਹ ਬੰਦੇ ਦੋਨੇ ਅੰਨੇ ਉਹਨੇ ਚੰਗੇ ਕਰਤੇ। ਤੇ ਫਿਰ ਹੋਰ ਵੀ ਬਾਈਬਲ ਦੇ ਵਿੱਚ ਬਹੁਤ ਵੱਡੇ ਚਿੰਨ੍ਹ ਚਮਤਕਾਰ, ਜਿੱਦਾਂ ਕਿ ਇੱਕ 12 ਸਾਲਾਂ ਤੋਂ ਲਹੂ ਵਗਣ ਵਾਲੀ, ਜਿਸ ਨੇ ਪ੍ਰਭੂ ਯਿਸੂ ਮਸੀਹ ਦਾ ਪੱਲਾ ਛੋਇਆ। ਫਿਰ ਉਹ ਇੱਕ ਉੱਪਰੋਂ ਜਦੋਂ ਉਹਨੂੰ ਇੱਕ ਛੱਤ ਦੇ ਵਿੱਚੋਂ ਥੱਲੇ ਨੂੰ ਰੰਗੀ ਨੂੰ ਉਤਾਰਦੇ ਕਿ ਪ੍ਰਭੂ ਯਿਸੂ ਮਸੀਹ ਨੂੰ ਕਹਿੰਦਾ ਕਿ ਆਪਣੀ ਮੰਜੀ ਚੁੱਕ ਤੇ ਚਲਿਆ ਜਾ। ਫਿਰ ਪ੍ਰਭੂ ਨੇ ਉੱਥੇ ਇੱਕ ਵਰਡ ਬੋਲਿਆ ਕਿ ਪ੍ਰਭੂ ਨੇ ਕਿਹਾ ਕਿ ਤੇਰੇ ਪਾਪ ਮਾਫ ਹੋਏ। ਤੇ ਲੋਕਾਂ ਨੇ ਕਿਹਾ ਕਿ ਤੈਨੂੰ ਪਾਪ ਮਾਫ ਕਰਨ ਦਾ ਅਧਿਕਾਰ ਕਿਹਨੇ ਦਿੱਤਾ, ਹਨਾ? ਕਿਉਂਕਿ ਪਾਪ ਮਾਫ ਕਰਨ ਦਾ ਅਧਿਕਾਰ ਸਿਰਫ ਪਰਮੇਸ਼ਵਰ ਕੋਲ ਆ। ਉਹ ਕਹਿੰਦਾ ਕਿ ਇਹ ਗੱਲ ਵੱਡੀ ਆ ਕਿ ਆਪਣੀ ਮੰਜੀ ਚੱਕ ਤੁਰਿਆ ਜਾ, ਜਾਂ ਫਿਰ ਇਹ ਗੱਲ ਕਿ ਤੇਰੇ ਪਾਪ ਮਾਫ ਹੋਏ। ਕਿਉਂਕਿ ਉਹ ਪ੍ਰਭੂ ਯਿਸੂ ਮਸੀਹ ਇਹ ਸਾਬਿਤ ਕਰਨਾ ਚਾਹੁੰਦੀ ਔਨ ਗਰਾਊਂਡ ਪ੍ਰੈਕਟੀਕਲੀ, ਜਿੱਦਾਂ ਆਪਾਂ ਕਹੀਏ ਕਿਸੇ ਨੂੰ ਮੈਂ ਤੈਨੂੰ ਆਸ਼ੀਸ਼ ਦੇਤੀ, ਉਹਨੂੰ ਸਮਾਂ ਲੱਗਦਾ ਪੂਰਾ ਹੋਣ ਲਈ ਨਾ। ਪਾਪ ਮਾਫ ਹੋਏ ਉਹਨਾਂ ਨੇ ਕਿਹੜਾ ਦੇਖਿਆ, ਪਰ ਉਹ ਜਿਹੜਾ ਔਨ ਗਰਾਊਂਡ ਹੋਇਆ। ਤੇ ਉਸੇ ਟਾਈਮ ਉਹ ਚਮਤਕਾਰ, ਜਦੋਂ ਉਹ ਮੰਜੀ ਉਸ ਬੰਦੇ ਨੇ ਚੁੱਕੀ ਤੇ ਚਲਾ ਗਿਆ। ਫਿਰ ਪ੍ਰਭੂ ਨੇ ਕਿਹਾ ਕਿ ਸਬਤ ਵਾਲੇ ਦਿਨ ਜਦੋਂ ਇੱਕ ਬੰਦੇ ਦਾ ਹੱਥ ਸੁੱਕਿਆ ਸੀਗਾ, ਪ੍ਰਭੂ ਯਿਸੂ ਮਸੀਹ ਨੂੰ ਕਈਆਂ ਨੇ ਕਿਹਾ ਕਿ ਤੂੰ ਸਬਤ ਵਾਲੇ ਦਿਨ ਕਿਉਂ ਕੰਮ ਕਰਦਾ? ਪ੍ਰਭੂ ਨੇ ਕਿਹਾ ਕਿ ਮੇਰਾ ਪਿਤਾ ਕੰਮ ਆਇਆ ਤੇ ਉਹ ਕੰਮ ਕਰਦਾ ਹੈ, 24 ਘੰਟੇ ਕੰਮ ਕਰਦਾ, ਤੇ ਮੈਨੂੰ ਵੀ ਉਹਨੇ ਘੱਲਿਆ। ਪ੍ਰਭੂ ਯਿਸੂ ਮਸੀਹ ਦੇ ਸ਼ਕਤੀਸ਼ਾਲੀ ਬਚਨ ਦੇ ਵਿੱਚ ਬਹੁਤ ਸਾਰੀਆਂ ਗਵਾਹੀਆਂ ਹੈ ਜੋ ਲੋਕਾਂ ਨੇ ਦਿੱਤੀਆਂ, ਤੇ ਮੈਂ ਤੁਹਾਡੇ ਨਾਲ ਜਿੰਨੀਆਂ ਵੀ ਸ਼ੇਅਰ ਕਰਾਂ ਉਨੀਆਂ ਥੋੜੀਆਂ। ਪਰ ਬਚਨ ਸਾਨੂੰ ਕੀ ਸਿਖਾਉਂਦਾ ਆ? ਪ੍ਰਭੂ ਯਿਸੂ ਮਸੀਹ ਦਾ ਬਚਨ, ਜਦੋਂ ਪ੍ਰਭੂ ਯਿਸੂ ਮਸੀਹ ਨੇ ਕਿਹਾ, ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਲੁੱਕਾ ਦੀ ਅੰਜੀਲ 24 ਦੇ 48 ਤੇ 49। ਪ੍ਰਭੂ ਯਿਸੂ ਮਸੀਹ ਜਿੱਥੇ ਮਰਨ ਤੋਂ ਬਾਅਦ ਆਪਣੇ ਚੇਲਿਆਂ ਨੂੰ ਜਦੋਂ ਦਿਖਾਈ ਦਿੰਦੇ ਆ, ਪ੍ਰਭੂ ਯਿਸੂ ਮਸੀਹ ਕਹਿੰਦੇ ਕਿ ਜਾਓ ਮੈਂ ਤੁਹਾਨੂੰ ਭੇਜਦਾ ਹਾਂ ਜਿਸ ਤਰ੍ਹਾਂ ਪਿਤਾ ਨੇ ਮੈਨੂੰ ਭੇਜਿਆ ਸੀ, ਤੇ ਤੁਸੀਂ ਲੋਕਾਂ ਦੇ ਵਿੱਚ ਗਵਾਹ ਹੋਵੋ, ਗਵਾਹੀ ਦੇਵੋ ਜਾ ਕੇ, ਹਨਾ? ਉਸ ਤੋਂ ਅੱਗੇ ਫਿਰ ਆਪਾਂ ਇੱਕ ਚੈਪਟਰ ਪੜ੍ਹਦੇ ਹਾਂ, ਯਹੋਨਾ ਦੀ ਅੰਜੀਲ 20ਵੇਂ ਅਧਿਆਇ ਦੀ 21 ਆਇਤ ਨੂੰ ਪੜ੍ਹਦੇ ਹਾਂ। ਤੁਹਾਨੂੰ ਸ਼ਾਂਤੀ ਮਿਲੇ। ਯਿਸੂ ਮਸੀਹ ਨੇ ਕਿਹਾ ਆਪਣੇ ਚੇਲਿਆਂ ਨੂੰ ਤੁਹਾਨੂੰ ਸ਼ਾਂਤੀ ਮਿਲੇ। ਜਿਸ ਤਰ੍ਹਾਂ ਕਹਿੰਦਾ ਪਿਤਾ ਨੇ ਮੈਨੂੰ ਭੇਜਿਆ, ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਭੇਜਦਾ ਹਾਂ। ਤੇ ਉਸਨੇ ਕੀ ਕੀਤਾ? ਯਿਸੂ ਮਸੀਹ ਨੇ ਉਹਨਾਂ ਨੂੰ ਇੱਕ ਬਲੈਸਿੰਗ ਦਿੱਤੀ, ਆਪਣਾ ਮਤਲਬ ਪ੍ਰਭੂ ਨੇ ਫੂਕ ਦੇ ਨਾਲ ਉਹਨਾਂ ਦੇ ਉੱਤੇ ਆਪਣਾ ਪਵਿੱਤਰ ਆਤਮਾ ਫੂਕ ਦਿੱਤਾ। ਕਿਉਂਕਿ ਹੁਣ ਆਪਾਂ ਵਜਨ ਨੂੰ ਗਹਿਰਾਈ 'ਚ ਦੇਖਦੇ ਹਾਂ ਕਿ ਇਹ ਗਵਾਹੀ, ਜਦੋਂ ਉਹ ਪ੍ਰਭੂ ਯਿਸੂ ਮਸੀਹ ਕਹਿ ਰਿਹਾ ਕਿ ਮੇਰੇ ਗਵਾਹ ਬਣੋ, ਹਨਾ? ਚੰਗਿਆਈ ਉਹਨਾਂ ਤੇ ਆਈ। ਯਿਸੂ ਮਸੀਹ ਦੇ ਚੇਲੇ ਕਿੰਨਾ ਟਾਈਮ ਉਹਦੇ ਨਾਲ ਰਹੇ ਨਾ। ਇੱਕ ਜਿੱਦਾਂ ਕਹਿ ਲਓ ਕਿ ਇੱਕ ਸਟੂਡੈਂਟ ਜਦੋਂ 1 ਸਾਲ ਤੱਕ ਸਟੱਡੀ ਕਰਦਾ ਆ, ਤੇ ਇੱਕ ਟੀਚਰ ਨੂੰ ਆਸ ਹੁੰਦੀ ਕਿ ਮੇਰੇ ਬੱਚੇ ਪਾਸ ਹੋ ਜਾਣਗੇ, ਪਰ ਹੈਰਾਨੀ ਦੀ ਗੱਲ ਆ ਕਿ ਚੇਲੇ ਲਾਸਟ ਤੱਕ ਪ੍ਰਭੂ ਯਿਸੂ ਮਸੀਹ ਦੇ ਰਹਿਣ ਦੇ ਨਾਲ ਰਹਿ ਕੇ ਵੀ ਪ੍ਰਭੂ ਯਿਸੂ ਮਸੀਹ ਦੇ ਜਦੋਂ ਲਾਸਟ ਦਿਨ ਆਇਆ, ਤਿੱਤਰ ਬਿੱਤਰ ਹੋ ਗਏ, ਭੱਜ ਗਏ ਸੀਗੇ। ਤੇ ਪਰ ਪ੍ਰਭੂ ਨੇ ਫਿਰ ਵੀ ਉਹਨਾਂ ਨੂੰ ਇਕੱਠੇ ਕੀਤਾ। ਮਤਲਬ ਇਹ ਕਿ ਸਾਨੂੰ ਬਾਈਬਲ ਸਿੱਖਿਆ ਦਿੰਦੀ ਹੈ ਕਿ ਅਸੀਂ ਵਚਨ ਦੇ ਨਾਲ ਜੁੜੇ ਰਹਿੰਦੇ ਹਾਂ। ਜੇ ਅਸੀਂ ਜੁੜੇ ਰਹੀਏ, ਕਿਤੇ ਨਾ ਕਿਤੇ ਸਾਨੂੰ ਪਰਮੇਸ਼ਵਰ ਵੱਡੇ ਗਵਾਹ ਬਣਾਉਂਦਾ ਸਾਨੂੰ, ਹਨਾ? ਤੇ ਬਾਈਬਲ ਦੱਸਦੀ ਹੈ ਕਿ ਪਰਮੇਸ਼ਵਰ ਨੇ ਯਿਸੂ ਮਸੀਹ ਦੇ ਬਾਰੇ ਗੱਲ ਕਰੀਏ, ਜੇ ਆਪਾਂ, ਪਰਮੇਸ਼ਵਰ ਨੇ ਸਾਨੂੰ ਪਹਿਲਾ ਵਰਲਡ ਮਨੁੱਖਤਾ ਨੂੰ ਜਦੋਂ ਬਣਾਇਆ, ਧਰਤੀ ਦੀ ਸਿਰਜਣਾ ਕੀਤੀ, ਕਿ ਪ੍ਰਭੂ ਨੇ ਕਿਹਾ ਕਿ ਧਰਤੀ ਦੀ ਸਿਰਜਣਾ ਹੋ ਗਈ, ਸਭ ਕੁਝ ਚੰਗਾ ਬਣ ਗਿਆ, ਪਰ ਇਹਨਾਂ ਦੇ ਉੱਤੇ ਅਧਿਕਾਰੀ ਬਣਾਉਣ ਦੇ ਲਈ ਮੈਂ ਇੱਕ ਆਦਮ ਨੂੰ ਬਣਾਉਂਦਾ। ਉਤਪਤੀ ਬੁੱਕ ਦੇ ਵਿੱਚ ਲਿਖਿਆ ਗਿਆ ਆ 2 ਅਧਿਆਇ ਦੀ 24 ਆਇਤ ਸਮਥਿੰਗ, ਤੇ ਲਿਖਿਆ ਗਿਆ ਆ ਕਿ ਆਓ ਅਸੀਂ ਹੁਣ ਇੱਕ ਆਦਮ ਨੂੰ ਬਣਾਈਏ ਜੋ ਸਾਰੀਆਂ ਧਰਤੀ ਦੀਆਂ ਉੱਡਣ ਵਾਲੀਆਂ ਜਾਂ ਜ਼ਮੀਨ ਤੇ ਰੁੜਨ ਵਾਲੀਆਂ ਜਾਂ ਪਾਣੀਆਂ ਦੇ ਵਿੱਚ ਰਹਿਣ ਵਾਲੀਆਂ ਸਾਰੀਆਂ ਚੀਜ਼ਾਂ ਦੇ ਉੱਤੇ ਅਧਿਕਾਰੀ ਹੋਵੇ। ਫਿਰ ਪਰਮੇਸ਼ਵਰ ਨੇ ਆਪਣੇ ਸਰਵਰੂਪ ਇੱਕ ਮਨੁੱਖ ਨੂੰ ਬਣਾਇਆ। ਤੇ ਜੇ ਆਪਾਂ ਗੱਲ ਕਰਦੇ ਹਾਂ, ਪਰਮੇਸ਼ਵਰ ਨੇ ਆਪਣੇ ਸਰਵਰੂਪ ਇੱਕ ਆਦਮ ਮਨੁੱਖ ਨੂੰ ਬਣਾਇਆ, ਤੇ ਪ੍ਰਭੂ ਯਿਸੂ ਮਸੀਹ ਵੀ ਇੱਕੋ ਹੀ ਗਵਾਹੀ ਦੇ ਰਿਹਾ ਕਿ ਮੈਂ ਮਨੁੱਖ ਦਾ ਪੁੱਤਰ ਹਾਂ।
ਪ੍ਰਭੂ ਯਿਸੂ ਮਸੀਹ ਗਵਾਹੀ ਦੇ ਰਿਹਾ ਕਿ ਮੈਂ ਮਨੁੱਖ ਦਾ ਪੁੱਤਰ ਹਾਂ। ਜੇ ਹੁਣ ਅਸੀਂ ਗੱਲ ਕਰੀਏ, ਸੋਚੀਏ ਕਿ ਪ੍ਰਭੂ ਜਦੋਂ ਯਿਸੂ ਮਸੀਹ ਕਹਿ ਰਿਹਾ ਕਿ ਮੈਂ ਮਨੁੱਖ ਦਾ ਪੁੱਤਰ ਹਾਂ, ਕਿ ਪਿਤਾ ਫਿਰ ਕਹਿੰਦਾ, ਕਿਤੇ ਕਹਿੰਦਾ ਸਵਰਗੀ ਪਿਤਾ, ਤੇ ਸਾਨੂੰ ਪਰਮੇਸ਼ਵਰ ਨੇ ਵੀ ਇਹ ਵਰਡ ਬੋਲਿਆ ਕਿ ਮੈਂ ਤੁਹਾਨੂੰ ਆਪਣੇ ਸਰਬਰੂਪ ਰਚਦਾ ਹਾਂ। ਪ੍ਰਭੂ ਨੇ ਆਦਮ ਨੂੰ, ਪਹਿਲੇ ਮਨੁੱਖ ਨੂੰ ਆਦਮ ਕਹਿ ਕੇ ਬੁਲਾਇਆ, ਤੇ ਬਾਣੀ ਸਾਨੂੰ ਇਹ ਗੱਲ ਕਹਿੰਦੀ ਕਿ ਪਰਮੇਸ਼ਵਰ ਨੇ ਕਿਹਾ ਕਿ ਤੂੰ ਮੇਰੇ ਸਰਬਰੂਪ ਰਹਿ। ਕਿਤੇ ਨਾ ਕਿਤੇ ਸਾਡੇ ਵਿੱਚੋਂ ਉਹ ਮਨੁੱਖਤਾ ਗਾਇਬ ਹੋ ਗਈ। ਜਦੋਂ ਆਦਮ ਨੇ ਪਾਪ ਕੀਤਾ, ਸਾਡੇ ਵਿੱਚੋਂ ਉਹ ਮਨੁੱਖਤਾ ਖਤਮ ਹੋ ਗਈ। ਕਹਿੰਦਾ ਮਤਲਬ ਬਹੁਤ ਸਾਰੇ ਭੈਣ ਭਰਾ ਸੋਚਦੇ ਹੋਣਗੇ ਕਿ ਅਸੀਂ ਆਦਮ ਨੂੰ ਦੇਖਿਆ ਨਹੀਂ, ਅਸੀਂ ਜਾਣਦੇ ਨਹੀਂ ਉਸ ਨੂੰ, ਤੇ ਮੈਂ ਖੁਦ ਵੀ, ਮੈਂ ਕਿਹੜਾ ਆਦਮ ਨੂੰ ਦੇਖਿਆ। ਪਰ ਜਿਹੜੇ ਸਾਡੇ ਆਪਣੇ ਪਾਪ ਆ, ਜਦੋਂ ਤੋਂ ਅਸੀਂ ਜਨਮ ਲਿਆ ਨਾ ਮਾਂ ਦੇ ਗਰਭ ਤੋਂ, ਇਹ ਸਾਨੂੰ ਪ੍ਰੂਫ ਕਰਦੇ ਆ ਕਿ ਆਦਮ ਨੇ ਜ਼ਰੂਰ ਪਾਪ ਕੀਤਾ, ਕਿ ਪਰਮੇਸ਼ਵਰ ਨੇ ਉਹਨਾਂ ਤੋਂ ਆਪਣੀ ਮਹਿਮਾ ਦੇ ਵਸਤਰ ਲੈ ਲਏ। ਹੁਣ ਪ੍ਰਭੂ ਯਿਸੂ ਮਸੀਹ ਨੇ ਉਹ ਆਦਮ ਦਾ ਪਾਪ ਦਾ ਖਾਤਮਾ ਕਰਨ ਦੇ ਲਈ, ਤੇ ਸਾਨੂੰ ਫਿਰ ਤੋਂ ਦੁਬਾਰਾ ਉਸ ਅਸਲੀ ਮਨੁੱਖ ਦੇ ਪੁੱਤਰ ਬਣਾਉਣ ਦੇ ਲਈ, ਜੋ ਕਿ ਸਾਡਾ ਪਰਮੇਸ਼ਵਰ ਪਿਤਾ ਖੁਦ ਹੈ ਨਾ, ਪਹਿਲਾ ਮਨੁੱਖ ਧਰਤੀ ਦਾ ਪਰਮੇਸ਼ਵਰ ਪਿਤਾ ਖੁਦ, ਕਿਉਂਕਿ ਉਹ ਆਪਣੇ ਆਪ ਨੂੰ ਮਨੁੱਖਾਂ 'ਚ ਸ਼ਾਮਲ ਕਰਦਾ, ਮਨੁੱਖਾਂ ਦੀ ਮੰਡਲੀ ਦੇ ਵਿੱਚ। ਜਿਸ ਤਰ੍ਹਾਂ ਕਿ ਮੈਂ ਐਗਜ਼ਾਮਪਲ ਦਿੰਦਾ ਹਾਂ ਕਿ ਮੇਰੀ ਯੂਨਿਟ ਦਾ ਕੋਈ ਅਫਸਰ ਆ ਵੱਡਾ ਨਾ, ਤੇ ਜੇ ਮੈਂ ਇੱਕ ਜਵਾਨ ਆ, ਪਰ ਜਦੋਂ ਉਹ ਮੈਨੂੰ ਕਹੇ ਕਿ ਤੂੰ ਮੇਰੀ ਪਾਵਰ ਨੂੰ ਜ਼ੀਰੋ ਸਮਝ ਲੈ, ਕਿ ਮੈਂ ਤੇਰੇ ਨਾਲ ਰੋਟੀ ਖਾਂਦਾ, ਪਰ ਮੈਨੂੰ ਉਸਦੀ ਪਾਵਰ ਦਾ ਪਤਾ ਆ, ਉਹ ਆਪਣੀ ਮਰਜ਼ੀ ਦੇ ਨਾਲ ਮੇਰੇ ਕੋਲ ਆ ਕੇ ਰੋਟੀ ਖਾਂਦਾ, ਉਹ ਮੇਰੇ ਤੇ ਅਧਿਕਾਰੀ ਆ। ਯਹੋਵਾ ਪਰਮੇਸ਼ਵਰ ਸਾਡਾ ਅਧਿਕਾਰੀ ਆ, ਵੱਡਾ ਕਮਾਂਡਿੰਗ ਅਫਸਰ ਹੈ, ਪਰ ਉਹਨੇ ਸਾਨੂੰ ਆਪਣੇ ਕੋਲ ਬੁਲਾਇਆ, ਕੋਲ ਸੱਦਿਆ, ਤੇ ਸਾਨੂੰ ਉਸ ਦੀ ਪਾਵਰ ਦਾ ਐਸਟੀਮੇਟ ਹੋਣਾ ਚਾਹੀਦਾ। ਜਿਸ ਤਰ੍ਹਾਂ ਕਿ ਮੈਨੂੰ ਆਪਣੇ ਅਫਸਰਾਂ ਦੀ ਪਾਵਰ ਦਾ ਐਸਟੀਮੇਟ, ਇਹਦਾ ਮਤਲਬ ਇਹ ਨਹੀਂ ਕਿ ਜੇ ਮੇਰੇ ਅਫਸਰ ਮੇਰੇ ਨਾਲ ਵਧੀਆ ਡੀਲ ਕਰਨ, ਵਧੀਆ ਗੱਲਬਾਤ ਕਰਨ, ਕਿ ਮੈਂ ਉਹਨਾਂ ਨੂੰ ਛੋਟਾ ਸਮਝਾਂ, ਕਿ ਯਾਰ ਇਹ ਤਾਂ ਮੇਰੇ ਨਾਲ ਰੋਟੀ ਪਾਣੀ ਖਾਂਦੇ, ਮੇਰੇ ਨਾਲ ਗੱਲਬਾਤ ਕਰਦੇ, ਸਾਰਾ ਕੁਝ ਹੈ ਨਾ, ਬਹੁਤ ਸਾਰੀਆਂ ਚੀਜ਼ਾਂ। ਤੇ ਪਰ ਸਾਨੂੰ ਇਹ ਹੋਣਾ ਚਾਹੀਦਾ ਕਿ ਯਾਰ ਕਿੰਨੇ ਮਹਾਨ ਅਫਸਰ ਆ ਇਹ, ਨਾ, ਕਿ ਕਿੰਨੇ ਮਹਾਨ ਅਫਸਰ ਆ। ਇਹਨਾਂ ਨੇ ਮੈਨੂੰ ਇੱਕ ਛੋਟੇ ਰੈਂਕ ਨੂੰ ਵੀ, ਜਨਰਲ ਡਿਊਟੀ ਵਾਲੇ ਨੂੰ ਵੀ, ਇਹਨਾਂ ਨੇ ਮੈਨੂੰ ਆਪਣੇ ਬਰਾਬਰ ਕਰ ਲਿਆ। ਇਸੇ ਤਰ੍ਹਾਂ ਸਾਡਾ ਪਰਮੇਸ਼ਵਰ ਕਿੰਨਾ ਮਹਾਨ ਹੈ, ਯਹੋਵਾ ਪਰਮੇਸ਼ਵਰ, ਜਿਸ ਨੇ ਸ੍ਰਿਸ਼ਟੀ ਦੀ ਰਚਨਾ ਕਰਕੇ ਸਾਨੂੰ ਆਪਣੇ ਸਰਬਰੂਪ ਸੱਦਿਆ, ਕਿ ਉਹ ਸ਼ਕਤੀਸ਼ਾਲੀ ਪਰਮੇਸ਼ਵਰ, ਜਿਸ ਨੇ ਵਚਨ ਦੇ ਨਾਲ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ। ਪ੍ਰਭੂ ਨੇ ਕਿਹਾ ਕਿ ਮੈਂ ਪ੍ਰਭੂਆਂ ਦਾ ਪ੍ਰਭੂ ਹਾਂ। ਯਿਸੂ ਮਸੀਹ ਨੇ ਕਿਹਾ ਮੈਂ ਪ੍ਰਭੂਆਂ ਦਾ ਪ੍ਰਭੂ ਆ। ਉਹਦਾ ਮਤਲਬ ਇਹ ਹੋ ਕਿ ਜੇ ਯਿਸੂ ਮਸੀਹ ਪ੍ਰਭੂਆਂ ਦਾ ਪ੍ਰਭੂ, ਅਸੀਂ ਵੀ ਪ੍ਰਭੂ ਹਾਂ। ਕਿਉਂ? ਕਿਉਂਕਿ ਵਚਨ ਇਸ ਚੀਜ਼ ਦੇ ਨਾਲ ਸਾਨੂੰ ਕੰਟੈਕਟ ਕਰਾਉਂਦਾ। ਜੇ ਪ੍ਰਭੂ ਯਿਸੂ ਮਸੀਹ ਖੁਦ ਕਹਿੰਦਾ ਮੈਂ ਮਨੁੱਖ ਦਾ ਪੁੱਤਰ ਹਾਂ, ਅਸੀਂ ਵੀ ਮਨੁੱਖ ਦੇ ਪੁੱਤਰ ਹਾਂ, ਅਸੀਂ ਉਹ ਤੋਂ ਥੱਲੇ ਹਾਂ। ਕਿਉਂਕਿ ਪਰਮੇਸ਼ਵਰ ਯਹੋਵਾ ਨੇ ਵਚਨ ਦੇ ਨਾਲ ਧਰਤੀ ਦੀ ਸਿਰਜਣਾ ਕੀਤੀ। ਯਹੋਵਾ ਨੇ ਆਪਣੇ ਮੁਖ ਚੋਂ ਜੋ ਵਾਕ ਕੱਢਿਆ ਉਹ ਪੂਰਾ ਹੋਇਆ। ਸੇਮ ਯਿਸੂ ਮਸੀਹ ਨੇ ਇਹ ਗਵਾਹੀ ਦਿੱਤੀ ਹੈ ਇਸ ਚੀਜ਼ ਦੀ। ਯਿਸੂ ਮਸੀਹ ਨੇ ਜਦੋਂ ਆਵਾਜ਼ ਦਿੱਤੀ ਕਿ ਲਾਜ਼ਰ ਬਾਹਰ, ਤਾਂ ਲਾਜ਼ਰ ਬਾਹਰ ਆ ਗਿਆ। ਯਿਸੂ ਮਸੀਹ ਨੇ ਗਵਾਹੀ ਦਿੱਤੀ ਸੁੱਕੇ ਹੋਏ ਹੱਥ ਦੇ ਵਾਲੇ ਨੂੰ ਕਿ ਉਸਦਾ ਹੱਥ ਚੰਗਾ ਹੋ ਜਾਵੇ, ਤਾਂ ਚੰਗਾ ਹੋ ਗਿਆ। ਯਿਸੂ ਮਸੀਹ ਨੇ ਗਵਾਹੀ ਦਿੱਤੀ, ਸਿੱਧ ਕੀਤਾ ਕਿ ਯਹੋਵਾ ਪਰਮੇਸ਼ਵਰ ਦਾ ਬਚਨ ਅਤੇ ਉਸ ਦੀ ਪੂਰੀ ਨਸਲ ਯਿਸੂ ਮਸੀਹ ਦੇ ਵਿੱਚ ਆ। ਜਦੋਂ ਯਹੋਵਾ ਪਰਮੇਸ਼ਵਰ ਨੇ ਸ੍ਰਿਸ਼ਟੀ ਦੀ ਰਚਨਾ ਨੂੰ ਸੇਮ ਕੀਤਾ, ਉਸੇ ਤਰ੍ਹਾਂ ਸੇਮ ਯਿਸੂ ਮਸੀਹ ਨੇ ਵੀ ਜਦੋਂ ਉਸ ਅਧਰੰਗੀ ਨੂੰ ਜਦੋਂ ਕਿਹਾ ਕਿ ਤੂੰ ਉੱਠ ਤੇ ਚੱਲ ਚਲਿਆ ਜਾ। ਤੇ ਆਪਾਂ ਗੱਲ ਕਰਦੇ ਹਾਂ ਫਿਰ ਇੱਕ ਤਲਾਅ ਦੇ ਕੋਲ ਇੱਕ ਬੰਦਾ ਬੈਠਾ ਸੀਗਾ ਕਾਫੀ ਦੇਰ ਤੋਂ, ਸਵਰਗਦੂਤ ਦਾ, ਜੋ ਕਿ ਸਾਲ ਬਾਅਦ ਪਾਣੀ ਨੂੰ ਹਿਲਾਉਂਦਾ ਸੀ, ਵੇਟ ਕਰ ਰਿਹਾ ਸੀ। ਪਰ ਯਿਸੂ ਮਸੀਹ ਨੇ ਜਦੋਂ ਉਹਦੇ ਕੋਲ ਗਿਆ, ਉਹਨੇ ਦੱਸਿਆ ਕਿ ਮੇਰੇ ਕੋਲੋਂ ਚੱਲ ਨਹੀਂ ਹੁੰਦਾ, ਪਾਣੀ ਦੇ ਵਿੱਚ ਜਾ ਨਹੀਂ ਹੁੰਦਾ। ਯਿਸੂ ਮਸੀਹ ਨੇ ਕਿਹਾ ਜਾ ਚਲਾ ਚੰਗਾ ਹੋ। ਉਸੇ ਵੇਲੇ ਉਹ ਬੰਦਾ ਚੰਗਾ ਹੋ ਗਿਆ। ਤੇ ਯਿਸੂ ਮਸੀਹ ਪਰਮੇਸ਼ਵਰ ਦੀ ਨਸਲ ਆ। ਜੇ ਅਸੀਂ ਵੀ ਪਰਮੇਸ਼ਵਰ ਦੀ ਨਸਲ ਵਾਂ, ਤੇ ਸਾਡੇ ਵਿੱਚ ਵੀ ਉਹੀ ਸੇਮ, ਸਾਡੇ ਵਿੱਚ ਇੱਕ ਪਾਵਰ ਹੋਣੀ ਚਾਹੀਦੀ ਆ। ਜਿਸ ਤਰ੍ਹਾਂ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਇਸ ਪਹਾੜ ਨੂੰ ਕਹੋਗੇ ਕਿ ਉੱਡ ਕੇ ਤੂੰ ਸਮੁੰਦਰ ਵਿੱਚ ਚਲਾ ਜਾ, ਤਾਂ ਉਹ ਜਾਊਗਾ। ਸੱਚਮੁੱਚ ਪਰਮੇਸ਼ਵਰ ਨੇ ਸਾਡੇ ਅੰਦਰ ਇੱਕ ਪਾਵਰ ਬਣਾਈ ਆ। ਕਹਿੰਦਾ ਮਤਲਬ ਜਦੋਂ ਮੁਸੀਬਤਾਂ ਪਹਾੜਾਂ ਵਰਗੀਆਂ ਸਾਡੇ ਉੱਤੇ ਆਉਣਗੀਆਂ, ਅਸੀਂ ਉਹਨਾਂ ਨੂੰ ਇੱਕ ਵਰਲਡ ਦੇ ਨਾਲ ਆਊਟ ਕਰ ਸਕਦੇ। ਸ਼ੈਤਾਨ ਸਾਡੇ ਤੇ ਹੈਵੀ ਨਹੀਂ ਹੋ ਸਕਦਾ। ਪਰ ਗੱਲ ਕੀ ਆ, ਸਾਡੇ ਵਿੱਚ ਕਿਤੇ ਨਾ ਕਿਤੇ ਪਰਮੇਸ਼ਵਰ ਦੀ ਪਵਿੱਤਰਤਾ ਹੀ ਨਹੀਂ ਆ। ਅਸੀਂ ਖੁਦ ਆਪਣੇ ਆਪ 'ਚ ਭ੍ਰਿਸ਼ਟ ਹਾਂ। ਪਰਮੇਸ਼ਵਰ ਨੇ ਕਿਹਾ ਕਿ ਜਦੋਂ ਤੁਸੀਂ ਪਵਿੱਤਰ ਹੋਵੋਗੇ, ਜਦੋਂ ਆਪਾਂ ਬਾਈਬਲ ਦੇ ਵਿੱਚੋਂ ਲੂਕਾ ਦੀ ਇੰਜੀਲ ਜਾਂ ਫਿਰ ਯਹੋਨਾ ਦੀ ਇੰਜੀਲ ਦੋਨਾਂ ਚੈਪਟਰਾਂ ਨੂੰ ਪੜ੍ਹਦੇ ਹਾਂ ਚੰਗੀ ਤਰ੍ਹਾਂ, ਯਹੋਨਾ 20 ਅਧਿਆਏ 'ਚ 21 ਤੋਂ ਬਾਅਦ ਦਾ ਪੜ੍ਹ ਕੇ ਦੇਖ ਲਿਓ ਯਿਸੂ ਮਸੀਹ ਚੇਲਿਆਂ ਨੂੰ ਕੀ ਕਹਿ ਰਿਹਾ। ਤੇ ਉਸ ਤੋਂ ਬਾਅਦ 24 ਅਧਿਆਏ ਲੂਕਾ 24 ਦੇ ਵਿੱਚ 48 49 ਤੋਂ ਬਾਅਦ 50 ਪੜ੍ਹ ਕੇ ਦੇਖ ਲਿਓ। ਯਹੋਵਾ ਪਰਮੇਸ਼ਵਰ ਦੀ ਵੀ ਸੇਮ ਹੀ ਆ। ਆਦਮ ਨੂੰ ਕਿਹਾ ਕਿ ਜੋ ਨੇ ਰਚਨਾ ਦੇ ਵੇਲੇ ਕਿਹਾ ਸੀ ਕਿ ਇਸ ਪੇੜ ਦੇ ਫਲ ਤੋਂ ਨਾ ਖਾਵੀਂ, ਬਾਕੀ ਸਾਰੇ ਖਾਵੀਂ। ਯਿਸੂ ਮਸੀਹ ਵੀ ਸੇਮ ਹੀ ਕਹਿ ਰਿਹਾ ਕਿ ਜਰੂਸਲਮ ਤੋਂ ਬਾਹਰ ਨਾ ਜਾਇਓ। ਪਰ ਜਰੂਸਲਮ ਤੋਂ ਬਾਹਰ, ਜਰੂਸਲਮ ਇੱਕ ਪਵਿੱਤਰ ਨਗਰੀ ਆ। ਪਰਮੇਸ਼ਵਰ ਦਾ ਕਹਿਣ ਦਾ ਮਤਲਬ ਇਹ ਨਹੀਂ ਕਿ ਉਹ ਜਿਹੜਾ ਇਜ਼ਰਾਈਲ ਦੇ ਵਿੱਚ ਜਰੂਸਲਮ ਆ। ਪ੍ਰਭੂ ਆਪਣੇ ਆਪ ਨੂੰ ਇੱਕ ਨਗਰੀ, ਸਾਨੂੰ ਇੱਕ ਬਾਏ ਐਗਜ਼ਾਮਪਲ ਇੱਕ ਸਾਡਾ ਅਲੱਗ ਸ਼ਹਿਰ ਆ। ਸਾਡਾ ਇਹਨਾਂ ਸੰਸਾਰ ਦੇ ਲੋਕਾਂ ਨਾਲੋਂ ਵੱਖਰਾ ਸ਼ਹਿਰ ਆ, ਤੇ ਅਸੀਂ ਇਹਨਾਂ ਤੋਂ ਵੱਖਰੇ ਕੀਤੇ ਗਏ ਆ।
ਪਰਮੇਸ਼ਵਰ ਨੇ ਕਿਹਾ ਕਿ ਮੈਂ ਤੈਨੂੰ ਤੇਰੇ ਮਾਂ ਦੇ ਗਰਭ ਦੇ ਵਿੱਚ ਜਨਮ ਲੈਣ ਤੋਂ ਪਹਿਲਾਂ ਤੇਰੀ ਸੂਰਤ ਨੂੰ ਆਪਣੀ ਹਥੇਲੀ ਦੇ ਉੱਤੇ ਬਣਾ ਕੇ ਰੱਖਿਆ। ਸਾਡੀ ਆ ਹਥੇਲੀ, ਪਰਮੇਸ਼ਵਰ ਸਾਨੂੰ ਕਹਿ ਰਿਹਾ ਕਿ ਉਹ ਸਾਨੂੰ ਸ਼ੁਰੂ ਤੋਂ ਜਾਣਦਾ। ਮਾਂ ਦੇ ਗਰਭ ਵਿੱਚ ਜਨਮਣ ਤੋਂ ਪਹਿਲਾਂ ਤੋਂ ਵੀ ਪ੍ਰਭੂ ਨੇ ਸਾਡੇ ਬਾਰੇ ਸਾਰਾ ਕੁਝ ਸੋਚ ਕੇ ਰੱਖਿਆ। ਤੇ ਆਪਾਂ ਦਾਊਦ ਦੇ ਭਜਨ ਨੂੰ ਵੀ ਪੜ੍ਹਦੇ ਹਾਂ, ਕਿਸ ਤਰ੍ਹਾਂ ਦਾਊਦ ਆਪਣੇ ਭਜਨ 'ਚ ਕਹਿੰਦਾ ਆ ਕਿ ਕਿਸ ਤਰ੍ਹਾਂ ਪਰਮੇਸ਼ਵਰ ਨੇ ਉਹਦੇ ਜਨਮ ਤੋਂ ਲੈਣ ਤੋਂ ਪਹਿਲੇ ਹੀ ਪਵਿੱਤਰ ਬਾਈਬਲ ਪੋਥੀ ਦੇ ਵਿੱਚ ਉਸਦੇ ਬਾਰੇ ਲਿਖਿਆ ਗਿਆ, ਹਨਾ। ਕਿੱਦਾਂ ਕਿੱਦਾਂ ਉਹਦੇ ਨਾਲ ਘਟਨਾਵਾਂ ਬੀਤਣਗੀਆਂ ਜਾਂ ਪਰਮੇਸ਼ਵਰ ਦੀ ਕਿਰਪਾ ਸਾਡੇ ਤੇ ਖੁਦ ਤੇ ਵੀ ਬਚਨ ਇਹ ਠਹਿਰਦਾ ਕਿ ਪਰਮੇਸ਼ਵਰ ਨੇ ਸਾਰੀਆਂ ਗੱਲਾਂ ਜੋ ਸਾਡੀ ਜ਼ਿੰਦਗੀ ਨਾਲ ਰਿਲੇਟਡ ਵਾ ਉਹ ਬਾਈਬਲ ਦੇ ਵਿੱਚ ਲਿਖੀਆਂ। ਤੇ ਅਸੀਂ ਪ੍ਰਭੂ ਯਿਸੂ ਮਸੀਹ ਦੀ ਗਵਾਹ ਆ, ਕਿਉਂਕਿ ਯਿਸੂ ਮਸੀਹ ਸੱਚਮੁੱਚ ਜੀਵਤ ਪਰਮੇਸ਼ਵਰ ਆ। ਪਰ ਸਾਨੂੰ ਸੱਚੇ ਗਵਾਹ ਹੋਣ ਦੀ ਜ਼ਰੂਰਤ ਆ, ਕਿਉਂਕਿ ਆਦਮ ਵੰਸ਼ ਤੋਂ ਲੈ ਕੇ ਹੁਣ ਤੱਕ ਦੇ ਲੋਕ ਅਣ ਆਗਿਆਕਾਰੀ ਦੇ ਪੁੱਤਰ ਹੋਏ ਆ। ਯਿਸੂ ਮਸੀਹ ਨੇ ਉਸ ਆਗਿਆ ਨੂੰ ਨਿਭਾ ਕੇ ਜੋ ਉਸਨੇ ਕਰੂਜ਼ ਦੇ ਉੱਤੇ ਤਾੜਨਾ ਝੱਲੀ ਆ, ਸਾਨੂੰ ਆਗਿਆਕਾਰੀ ਦੇ ਪੁੱਤਰ ਬਣਾਇਆ। ਤੇ ਸਾਨੂੰ ਵੀ ਆਗਿਆਕਾਰੀ ਦੇ ਪੁੱਤਰ ਬਣਨਾ ਚਾਹੀਦਾ ਆ। ਫਿਰ ਅਸੀਂ ਵੀ ਆਪਣੇ ਵਰਲਡਾਂ ਦੇ ਨਾਲ, ਜਿਸ ਤਰ੍ਹਾਂ ਪਰਮੇਸ਼ਵਰ ਨੇ ਇੱਕ ਵਰਲਡ ਦੇ ਨਾਲ ਸ੍ਰਿਸ਼ਟੀ ਦੀ ਰਚਨਾ ਕੀਤੀ ਜਾਂ ਹੋਰ ਬਹੁਤ ਸਾਰੇ ਕੰਮ ਪਰਮੇਸ਼ਵਰ ਨੇ ਕੀਤੇ, ਯਿਸੂ ਮਸੀਹ ਨੇ ਵੀ ਕੀਤੇ, ਸਾਨੂੰ ਵੀ ਉਸੇ ਮਨੁੱਖ ਦੇ ਪੁੱਤਰ ਬਣਨਾ ਚਾਹੀਦਾ ਆ। ਫਿਰ ਪਰਮੇਸ਼ਵਰ ਯਿਸੂ ਮਸੀਹ ਪ੍ਰਕਾਸ਼ ਦੀ ਬੁੱਕ 'ਚ ਲਿਖਿਆ ਗਿਆ ਕਿ ਉਹ ਪ੍ਰਭੂਆਂ ਦਾ ਪ੍ਰਭੂ, ਰਾਜਿਆਂ ਦਾ ਰਾਜਾ। ਜੇ ਯਿਸੂ ਮਸੀਹ ਰਾਜਿਆਂ 'ਚ ਲਈਏ, ਜਿੱਦਾਂ ਕਿ ਯਿਸੂ ਮਸੀਹ ਦੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਲਾਇਆ ਗਿਆ, ਹੱਥ ਦੇ ਵਿੱਚ ਕਾਨਾ ਫੜਾਇਆ ਗਿਆ, ਇੱਕ ਮਜ਼ਾਕੀ ਉਸਨੂੰ ਰਾਜਾ ਬਣਾਇਆ ਗਿਆ। ਪਰ ਪਰਮੇਸ਼ਵਰ ਨੇ ਦੇਖਿਆ ਕਿ ਬਾਈਬਲ ਦੇ ਵਿੱਚ ਸਾਫ਼-ਸਾਫ਼ ਲਿਖਿਆ ਕਿ ਯਿਸੂ ਮਸੀਹ ਦੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਲਾ ਕੇ ਉਸ ਨੂੰ ਹੱਥ ਦੇ ਵਿੱਚ ਕਾਨਾ ਫੜਾ ਕੇ ਉਹਦੇ ਉੱਤੇ ਇੱਕ ਕ੍ਰਿੰਚੀ ਰੰਗ ਦੀ ਇੱਕ ਪੋਸ਼ਾਕ ਪਹਿਨਾ ਕੇ ਉਸਦਾ ਮਜ਼ਾਕ ਬਣਾ ਕੇ ਰਾਜਾ ਬਣਾਇਆ ਗਿਆ। ਤੇ ਉਹਦੇ ਉੱਤੇ ਦੋਸ਼ ਪੱਤਰੀ ਵੀ ਲਾਈ ਗਈ ਕਿ ਯਹੂਦੀਆਂ ਦਾ ਰਾਜਾ। ਸੱਚਮੁੱਚ ਪਰਮੇਸ਼ਵਰ ਯਹੋਵਾ ਨੇ ਉਸ ਨੂੰ ਇਹ ਵਚਨਾਂ ਨੂੰ ਪੂਰਾ ਕੀਤਾ ਕਿ ਉਹ ਸੱਚਮੁੱਚ ਉਹ ਸਾਡੀ ਸਾਰੀ ਕੌਮ ਦਾ ਰਾਜਾ ਹੈ। ਇਹ ਯਿਸੂ ਮਸੀਹ ਨੇ ਸਾਰੀ ਵਿਵਸਥਾ ਨੂੰ ਪੂਰਾ ਕੀਤਾ, ਜੋ ਸਾਡੇ ਉੱਤੇ ਪਰਮੇਸ਼ਵਰ ਨੇ ਇੱਕ ਸਾਨੂੰ ਪਾਪਾਂ ਤੋਂ ਬਚਾਉਣ ਦੇ ਲਈ, ਜਿਸ ਤਰ੍ਹਾਂ ਬਾਣੀ ਦੇ ਵਿੱਚ ਲਿਖਿਆ ਬਲੀਆਂ ਬਾਰੇ, ਬਲੀਆਂ ਚੜਾਉਣ ਦੀ ਲੋੜ ਸੀ। ਹੁਣ ਉਹ ਅਸੀਂ ਉਸ ਵਿਵਸਥਾ ਤੋਂ ਪਰੇ ਹੋ ਗਏ ਹਾਂ। ਵਿਵਸਥਾ ਸਾਡੇ ਉੱਤੋਂ ਹਟ ਗਈ ਆ। ਵਿਵਸਥਾ ਸਾਡੇ ਕੀ ਆ? ਪਾਪਾਂ ਨੂੰ ਨੰਗਾ ਕਰਦੀ ਆ। ਜੇ ਅਸੀਂ ਵਿਵਸਥਾ ਨੂੰ ਨਾ ਜਾਣਦੇ ਤਾਂ ਅਸੀਂ ਆਪਣੇ ਪਾਪਾਂ ਨੂੰ ਨਾ ਜਾਣਦੇ। ਪਰ ਸਾਰਿਆਂ ਪਾਪਾਂ ਦੀ ਬਲੀ ਯਿਸੂ ਮਸੀਹ ਖੁਦ ਆਪ ਕਰੂਸ ਦੇ ਉੱਤੇ ਚੜਿਆ, ਤੇ ਅਸੀਂ ਇਸ ਚੀਜ਼ ਦੇ ਗਵਾਹ ਆ। ਕਿਉਂਕਿ ਜੇ ਪ੍ਰਭੂ ਯਿਸੂ ਮਸੀਹ ਰਾਜਿਆਂ ਦਾ ਰਾਜਾ ਆ, ਅਸੀਂ ਹਾਲੇ ਜੇ ਅਸੀਂ ਉਹਦੀ ਆਗਿਆਕਾਰੀ ਕਰਦੇ ਹਾਂ ਤਾਂ ਅਸੀਂ ਵੀ ਰਾਜੇ ਆ। ਜੇ ਪ੍ਰਭੂ ਪ੍ਰਭੂਆਂ ਦਾ ਪ੍ਰਭੂ ਆ, ਤੇ ਜੇ ਪਰਮੇਸ਼ਵਰ ਯਿਸੂ ਮਸੀਹ ਖੁਦ ਪ੍ਰਭੂ ਹੋਇਆ, ਜਦੋਂ ਉਹਨੇ ਵੱਡੇ ਵੱਡੇ ਚਮਤਕਾਰ ਕੀਤੇ, ਜਿੱਦਾਂ ਆਪਾਂ ਦੇਖਦੇ ਹਾਂ ਕਿ ਜਿਹੜਾ ਬੰਦਾ ਵੀ ਅਸੀਂ ਕਹਿੰਦੇ ਹਾਂ ਕਿ ਯਾਰ ਇਹ ਤਾਂ ਬੰਦਾ ਰੱਬ ਰੂਪ ਆ। ਕੋਈ ਵੀ ਬੰਦਾ ਨਾ ਵਧੀਆ ਹੋਵੇ, ਅਸੀਂ ਉਹਨੂੰ ਰੱਬ ਰੂਪ ਕਹਿੰਦੇ ਆ। ਜੇ ਸਾਡੇ ਵਿੱਚ ਦਇਆ, ਸ਼ਾਂਤੀ, ਪ੍ਰੇਮ, ਹਨਾ, ਜਾਂ ਸਾਡੇ ਵਿੱਚ ਇੱਕ ਅਜਿਹੀ ਪਾਵਰ ਹੋਵੇ ਜਿਹੜੀ ਅਸੀਂ ਅਗੰਬਾ ਕਰੀਏ ਜਾਂ ਕਿਸੇ ਨੂੰ ਅਸੀਂ ਪ੍ਰੋਫੈਟਿਕ ਵਰਡ ਦੇ ਦਈਏ, ਉਹਦੇ ਨਾਲ ਹੋ ਜਾਵੇ। ਕਿਉਂਕਿ ਯਹੋਵਾ ਪਰਮੇਸ਼ਵਰ ਨੇ ਸਾਨੂੰ ਆਲਰੇਡੀ ਕਿਹਾ ਕਿ ਤੈਨੂੰ ਮੈਂ ਆਪਣੇ ਸਰਬ ਰੂਪ ਬਣਾਉਣਾ ਆ। ਤੇ ਪ੍ਰਭੂ ਨੇ ਤਾਂ ਖੁਦ ਇਹ ਸਾਰੀ ਸ੍ਰਿਸ਼ਟੀ ਦੀ ਵਚਨਾਂ ਦੇ ਨਾਲ ਰਚਨਾ ਕੀਤੀ ਆ। ਤੇ ਜੇ ਅਸੀਂ ਪ੍ਰਭੂ ਦੇ ਸਰਬ ਰੂਪ ਆ, ਸਾਡੇ ਵਿੱਚ ਇਹ ਪਾਵਰ ਹੋਣੀ ਚਾਹੀਦੀ ਆ। ਜੇ ਸਾਡੇ ਵਿੱਚ ਨਹੀਂ ਹੈਗੀ, ਇਹਦਾ ਮਤਲਬ ਕਿਤੇ ਨਾ ਕਿਤੇ ਕਮੀ ਆ। ਯਿਸੂ ਮਸੀਹ ਨੇ ਕਿਹਾ ਕਿ ਮੈਂ ਮਨੁੱਖ ਦਾ ਪੁੱਤਰ ਹਾਂ। ਜੇ ਉਹ ਮਨੁੱਖ ਦਾ ਪੁੱਤਰ ਆ ਤੇ ਉਹ ਚਮਤਕਾਰ ਕਰਦਾ ਸੀਗਾ। ਤੇ ਪ੍ਰਭੂ ਨੇ ਸਾਨੂੰ ਖੁਦ ਇਸ ਪਹਿਲੇ ਵਰਲਡ, ਪ੍ਰਭੂ ਨੇ ਸਾਨੂੰ ਆਦਮ ਕਹਿ ਕੇ ਬੁਲਾਇਆ। ਆਦਮ ਵਰਲਡ ਤੋਂ ਉਤਪਤੀ ਦੇ ਵਿੱਚ ਦੱਸਿਆ ਕਿ ਆਦਮ ਦੇ ਨਾਮ ਨਾਲ ਪਰਮੇਸ਼ਵਰ ਨੇ ਉਹਨੂੰ ਪੁਕਾਰਿਆ। ਤੇ ਅਸੀਂ ਪ੍ਰਭੂ ਦੀ ਨਸਲ ਹਾਂ। ਜੇ ਅਸੀਂ ਪ੍ਰਭੂ ਦੀ ਨਸਲ ਹਾਂ, ਸਾਨੂੰ ਉਹਦੇ ਪਰਮੇਸ਼ਵਰ ਨੇ ਕਿਹਾ ਕਿ ਮੈਂ ਪਵਿੱਤਰ ਹਾਂ ਤੇ ਤੁਸੀਂ ਪਵਿੱਤਰ ਬਣੋ। ਤੇ ਆਪਾਂ ਗਵਾਹੀ ਬਾਰੇ ਮੈਂ ਜੋ ਭਜਨ ਲਿਖਿਆ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ। ਸੋ ਲਿਖਿਆ, ਉਹ ਯਹੋਵਾ ਹੈ ਮਹਾਨ, ਸਭ ਤੋਂ ਉੱਚੀ ਉਹਦੀ ਸ਼ਾਨ, ਆਪਣੇ ਹੱਥਾਂ ਨੂੰ ਉਠਾ ਕੇ ਮੈਂ ਗਵਾਹੀ ਦਵਾਂਗਾ। ਉਹ ਯਹੋਵਾ ਹੈ ਮਹਾਨ, ਸਭ ਤੋਂ ਉੱਚੀ ਉਹਦੀ ਸ਼ਾਨ, ਆਪਣੇ ਹੱਥਾਂ ਨੂੰ ਉਠਾ ਕੇ ਮੈਂ ਗਵਾਹੀ ਦਵਾਂਗਾ। ਮੈਂ ਗਵਾਹੀ ਦਵਾਂਗਾ, ਮੈਂ ਗਵਾਹੀ ਦਵਾਂਗਾ, ਮੈਂ ਗਵਾਹੀ ਦਵਾਂਗਾ, ਮੈਂ ਗਵਾਹੀ ਦਵਾਂਗਾ। ਮੇਰੇ ਜੀਵਨ ਦੀ ਗਵਾਹੀ ਮੈਂ ਭੁੱਲਿਆ ਉਹ ਮੋੜ ਲਿਆਇਆ, ਮੈਨੂੰ ਅਪਰਾਧੀ ਮੰਡਲੀ ਚੋਂ ਹੱਥ ਫੜ ਮੇਰਾ ਤੋਰ ਲਿਆਇਆ। ਮੇਰੇ ਜੀਵਨ ਦੀ ਗਵਾਹੀ ਮੈਂ ਭੁੱਲਿਆ ਉਹ ਮੋੜ ਲਿਆਇਆ, ਮੈਨੂੰ ਅਪਰਾਧੀ ਮੰਡਲੀ ਚੋਂ ਹੱਥ ਫੜ ਮੇਰਾ ਤੋਰ ਲਿਆਇਆ। ਉਸ ਦੀਆਂ ਦਿੱਤੀਆਂ ਖੁਸ਼ੀਆਂ ਨੂੰ ਮੈਂ, ਉਸ ਦੀਆਂ ਦਿੱਤੀਆਂ ਖੁਸ਼ੀਆਂ ਨੂੰ ਮੈਂ ਲੈਂਦਾ ਰਵਾਂਗਾ। ਉਹ ਯਹੋਵਾ ਹੈ ਮਹਾਨ, ਸਭ ਤੋਂ ਉੱਚੀ ਉਹਦੀ ਸ਼ਾਨ, ਆਪਣੇ ਹੱਥਾਂ ਨੂੰ ਉਠਾ ਕੇ ਮੈਂ ਗਵਾਹੀ ਦਵਾਂਗਾ। ਉਹ ਯਹੋਵਾ ਹੈ ਮਹਾਨ, ਸਭ ਤੋਂ ਉੱਚੀ ਉਹਦੀ ਸ਼ਾਨ,
ਆਪਣੇ ਹੱਥਾਂ ਨੂੰ ਉਠਾ ਕੇ ਮੈਂ ਗਵਾਹੀ ਦਵਾਂਗਾ। उसने मेरा जीवन बदला, उसने मुझ पर की दया, मेरे पापों की खातिर अपना बेटा कुर्बान किया। उसने मेरा जीवन बदला, उसने मुझ पर की दया, मेरे पापों की खातिर अपना बेटा कुर्बान किया। उसकी महिमा अपरंपार, उसकी महिमा अपरंपार, मैं कहता रहांगा ओ यहोवा है महा, सब तो ਉੱਚੀ ਉਸ ਦੀ ਸ਼ਾਨ। ਆਪਣੇ ਹੱਥਾਂ ਨੂੰ ਉਠਾ ਕੇ ਮੈਂ ਗਵਾਹੀ ਦਵਾਂਗਾ। ओ यहोवा है महा, ਸਭ ਤੋਂ ਉੱਚੀ ਉਸ ਦੀ ਸ਼ਾਨ। ਆਪਣੇ ਹੱਥਾਂ ਨੂੰ ਉਠਾ ਕੇ ਮੈਂ ਗਵਾਹੀ ਦਵਾਂਗਾ। ਸੱਚਮੁੱਚੀ ਉਹ ਇਜ਼ਰਾਈਲੀਆਂ ਦੇ ਸੰਗ ਅਗਨੀ ਬੱਦਲ ਬਣ ਕੇ ਆਇਆ। उसने अपने बंदियां खातिर लाल समुंदर चीर दिखाया। सचमुच ओ इजराइलियां दे संग अग्नि बदल बन के आया। उसने अपने बंदियां खातिर लाल समुंदर चीर दिखाया। गीतां विच लिख मैं उस बारे, गीतां विच लिख मैं उस बारे, गाउंदा रहांगा ओ यहोवा है महा, ਸਭ ਤੋਂ ਉੱਚੀ ਉਸ ਦੀ ਸ਼ਾਨ। ਆਪਣੇ ਹੱਥਾਂ ਨੂੰ ਉਠਾ ਕੇ ਮੈਂ ਗਵਾਹੀ ਦਵਾਂਗਾ। ਓ ਯਹੋਵਾ ਹੈ ਮਹਾਨ, ਸਭ ਤੋਂ ਉੱਚੀ ਉਸ ਦੀ ਸ਼ਾਨ। ਆਪਣੇ ਹੱਥਾਂ ਨੂੰ ਉਠਾ ਕੇ ਮੈਂ ਗਵਾਹੀ ਦਵਾਂਗਾ। ਸੋ ਸੱਚਮੁੱਚ ਪ੍ਰਭੂ ਯਿਸੂ ਮਸੀਹ ਤੇ ਉਸਦੇ ਪਰਮੇਸ਼ਵਰ ਯਹੋਵਾ ਬਾਰੇ, ਜੋ ਕਿ ਸ੍ਰਿਸ਼ਟੀ ਦਾ ਰਚਣਹਾਰ ਹੈ, ਸਾਡੇ ਸਭ ਦਾ ਪਰਮੇਸ਼ਵਰ ਹੈ, ਜਿੰਨਾ ਵੀ ਅਸੀਂ ਲਿਖ ਸਕੀਏ, ਗਾ ਸਕੀਏ, ਜਾਂ ਪਵਿੱਤਰ ਬਾਈਬਲ ਵੀ ਉਸ ਦੇ ਬਾਰੇ, ਉਸ ਦੀ ਮਹਿਮਾ ਨੂੰ, ਜੋ ਕਿ ਅਪਰੰਪਾਰ ਹੈ, ਬਹੁਤ ਹੀ ਵੱਡੀ ਮਹਿਮਾ ਆ, ਅਸੀਂ ਬਿਆਨ ਨਹੀਂ ਕਰ ਸਕਦੇ। ਸੋ ਸਾਨੂੰ ਚਾਹੀਦਾ ਕਿ ਪਰਮੇਸ਼ਵਰ ਨੇ ਜੋ ਸਾਡੇ ਲਈ ਪ੍ਰੋਫੈਟਿਕ ਵਰਡ ਬੋਇਆ ਵਾ ਕਿ ਮੈਂ ਤੈਨੂੰ ਆਪਣੇ ਸਰਬਰੂਪ ਬਣਾਉਂਦਾ ਆ, ਸਾਨੂੰ ਇਸ ਪ੍ਰੋਫੈਟਿਕ ਵਰਡ ਦੇ ਉੱਤੇ ਹਰ ਰੋਜ਼ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਪ੍ਰਭੂ ਸਾਨੂੰ ਸੱਚਮੁੱਚ ਤੂੰ ਸਾਨੂੰ ਆਪਣੇ ਸਰਬਰੂਪ ਰਚਣ ਵਾਲੇ ਪਰਮੇਸ਼ਵਰ ਆਪਣੇ ਵਚਨ ਨੂੰ ਮੇਰੇ ਉੱਤੇ ਪੂਰਾ ਕਰ। ਜਾਂ ਬਾਕੀ ਅਸੀਂ ਕਹਿੰਦੇ ਜਾਂ ਰੋਗਾਂ ਤੋਂ ਆਜ਼ਾਦੀ ਪਾਉਣੀ, ਬਿਮਾਰੀਆਂ ਤੋਂ ਆਜ਼ਾਦੀ ਪਾਉਣੀ, ਇੱਕ ਨੋਰਮਲ ਗੱਲ ਆ। ਜਾਂ ਆਪਾਂ ਕਿਸੇ ਲਈ ਧਨ ਦੌਲਤ ਲਈ ਰੋਈ ਜਾਂਦੇ ਆ, ਕਿਉਂਕਿ ਉਹ ਚੀਜ਼ਾਂ ਤਾਂ ਨੋਰਮਲ ਆ। ਪਰਮੇਸ਼ਵਰ ਦਾ ਜੋ ਵਚਨ ਆ, ਜੋ ਸਾਡੇ ਉੱਤੇ ਅਧੂਰਾ ਆ, ਉਹ ਪੂਰਾ ਹੋਣਾ ਉਹੀ ਜ਼ਰੂਰੀ ਆ ਕਿ ਅਸੀਂ ਪ੍ਰਭੂ ਦੀ ਨਸਲ ਹੋਈਏ, ਤਾਂ ਕਿ ਪਰਮੇਸ਼ਵਰ ਦੀ ਉਹ ਪਵਿੱਤਰ ਨਗਰੀ ਯਰੂਸ਼ਲਮ ਦੇ ਵਿੱਚ ਅਸੀਂ ਜਾਣ ਵਾਲੇ ਬਣੀਏ, ਜਿਸ ਦੇ ਬਾਰੇ ਪ੍ਰਭੂ ਯਿਸੂ ਮਸੀਹ ਨੇ ਜਾਂਦੇ ਬਾਰੇ ਕਿਹਾ ਕਿ ਮੈਂ ਜਾਂਦਾ ਆ ਤੇ ਮੈਂ ਤੁਹਾਡੇ ਵਾਸਤੇ ਜਾ ਕੇ ਉੱਥੇ ਰਹਿਣ ਵਾਸਤੇ ਜਗ੍ਹਾ ਤਿਆਰ ਕਰਦਾ, ਕਿਉਂਕਿ ਮੇਰੇ ਪਿਤਾ ਦੇ ਘਰ ਬਹੁਤ ਸਾਰੀ ਜਗ੍ਹਾ ਆ, ਮੈਂ ਉੱਤੇ ਤੁਹਾਡੇ ਲਈ ਕਮਰੇ ਤਿਆਰ ਕਰਾਂਗਾ। ਸੱਚਮੁੱਚ ਪਰਮੇਸ਼ਵਰ ਯਿਸੂ ਮਸੀਹ ਨੇ ਜੋ ਸਾਨੂੰ ਉਸ ਨਗਰੀ ਦੇ ਵਿੱਚ ਜਾਣ ਦੇ ਲਈ ਇੱਕ ਬੁਲਾਹਟ ਦਿੱਤੀ ਆ, ਅਸੀਂ ਉਸ ਦੇ ਯੋਗ ਹੋਈਏ। ਤੇ ਬਾਈਬਲ ਦੇ ਵਿੱਚ ਜਗ੍ਹਾ ਜਗ੍ਹਾ ਤੇ ਲਿਖਿਆ ਕਿਸ ਤਰ੍ਹਾਂ ਅਬਰਾਹਮ ਉਹ ਲੋਕਾਂ ਨੂੰ ਕੱਢ ਕੇ ਲੈ ਕੇ ਆਉਂਦਾ। ਪਰਮੇਸ਼ਵਰ ਕਹਿ ਰਿਹਾ ਕਿ ਇਹਨਾਂ ਨੂੰ ਇੱਥੋਂ ਕੱਢ, ਨਗਰੀ ਨੂੰ ਕੱਢ, ਆਪਣੇ ਉਹ ਬੰਦੇ ਭੇਜਦਾ। ਸਾਡੇ ਲਈ ਵੀ ਪਰਮੇਸ਼ਵਰ ਨੇ ਨਬੀ ਠਹਿਰਾਏ ਆ ਬਹੁਤ ਸਾਰੇ। ਦੇਖੋ ਕਿ ਪੰਜਾਬ ਦੇ ਵਿੱਚ ਅਪੋਸਟਲ ਅੰਕੂ ਨੂਲਾ ਜੀ, ਫਿਰ ਅਪੋਸਟਲ ਅਮਰਤ ਸੰਧੂ ਜੀ ਆ, ਜਾਂ ਅਪੋਸਟਲ ਸਾਡੇ ਆਪਣਾ ਕੁਲਵੀਰ ਜੀ ਆ, ਜਾਂ ਹੋਰ ਬਹੁਤ ਸਾਰੇ, ਅਪੋਸਟਲ ਰਾਣਾ ਹੋ ਗਿਆ, ਜਾਂ ਪਾਸਟਰ ਵਿਜਿੰਦਰ ਸਿੰਘ ਜੀ ਹੋ ਗਏ। ਬਹੁਤ ਵੱਡੇ ਵੱਡੇ ਨਾਮਾਂ ਦੇ ਨਾਲ ਕੋਈ ਐਡੀ ਕਦੂਈ ਨਹੀਂ ਹੈਗੀ ਕਿ ਕੋਈ ਪਾਸਟਰ ਆ, ਅਪੋਸਟਲ ਵਾ, ਜਾਂ ਕੋਈ ਪ੍ਰੋਫਿਟ। ਮੈਨੂੰ ਤਾਂ ਇਹਨਾਂ ਬਾਰੇ ਪਤਾ ਵੀ ਨਹੀਂ ਹੈਗਾ, ਪਰ ਅਸੀਂ ਕੀ ਪ੍ਰਭੂ ਦੀ ਨਸਲ ਬਣਨਾ ਜ਼ਰੂਰੀ ਆ। ਬਸ ਮੇਨ ਅਸੀਂ ਨਸਲ ਆ। ਜੇ ਪ੍ਰਭੂ ਨੇ ਦਾਸਾਂ ਨੂੰ ਖੜਾ ਕੀਤਾ ਆ ਤੇ ਉਹ ਮੂਸਾ ਦੀ ਤਰ੍ਹਾਂ ਉਹ ਉਹਨਾਂ ਦੀ ਗਵਾਹੀ ਕਰਨ, ਅਗਵਾਹੀ ਕਰਨ, ਉਹਨਾਂ ਨੂੰ ਲੈ ਕੇ ਚੱਲਣ, ਕਿਉਂਕਿ ਲੋਕਾਂ ਨੇ ਤਾਂ ਕੁੜਕੜਾਉਣਾ ਹੀ ਆ। ਮੂਸਾ ਦੇ ਨਾਲ ਕਿੰਨਾ ਕੁਝ ਹੋਇਆ, ਜਰਮੀਆਂ ਦੇ ਨਾਲ, ਯਸ਼ਾਇਆ ਨਬੀ ਦੇ ਨਾਲ, ਬਹੁਤ ਕੁਝ ਹੁੰਦਾ ਦਾਸਾਂ ਦੇ ਨਾਲ। ਸੋ ਦਾਸਾਂ ਦੀ ਜ਼ਿੰਦਗੀ ਵੀ ਬੜੀ ਭਿਆਨਕ ਵਾ। ਮਤਲਬ ਪਰਮੇਸ਼ਵਰ ਦੇ ਨਾਲ ਇੱਕ ਵਧੀਆ ਕੰਟੈਕਟ ਦੇ ਵਿੱਚ, ਪਵਿੱਤਰਤਾ ਦੇ ਵਿੱਚ ਰਹਿਣਾ ਪੈਂਦਾ। ਤੇ ਸਿਰਫ ਲੋਕਾਂ ਵਾਸਤੇ ਇੱਕ ਦਾਸਤਾ ਹੈ ਯਿਸੂ ਮਸੀਹ ਦੀ, ਜੋ ਉਸਨੇ ਕਰੂਸ ਦੇ ਉੱਤੇ ਪੂਰੀ ਕੀਤੀ ਆ, ਤੇ ਸਾਨੂੰ ਉਹਨੇ ਇੱਕ ਐਗਜ਼ੈਂਪਲ ਦਿੱਤੀ ਆ। ਸਿਰਫ ਗਵਾਹ ਇਹੀ ਨਹੀਂ ਗਵਾਹੀ ਕਿ ਅਸੀਂ ਯਿਸੂ ਮਸੀਹ ਦੇ ਪਰਮੇਸ਼ਵਰ ਯਿਸੂ ਮਸੀਹ ਦੇ ਲਹੂ ਦੇ ਨਾਲ ਸ਼ੁੱਧ ਕੀਤੇ ਗਏ ਆ, ਜਾਂ ਸਾਨੂੰ ਪਰਮੇਸ਼ਵਰ ਨੇ ਜੀਵਨ ਦੇ ਦਿੱਤਾ, ਅਸੀਂ ਬਪਤਿਸਮਾ ਲੈ ਲਿਆ, ਅਸੀਂ ਪ੍ਰਭੂ ਦੀ ਚੋਣ 'ਚ ਆ ਗਏ, ਅਸੀਂ ਯਿਸੂ ਮਸੀਹ ਨੂੰ ਕਹਿ ਦਿੱਤਾ ਕਿ ਸਾਡਾ ਉਧਾਰ ਹੋ ਗਿਆ। ਬਾਣੀ 'ਚ ਲਿਖਿਆ ਕਿ ਜਿਸ ਕਿਸੇ ਨੇ ਜ਼ਬਾਨ ਦੇ ਨਾਲ ਅੰਗੀਕਾਰ ਕਰ ਲਿਆ ਕਿ ਮੈਂ ਯਿਸੂ ਮਸੀਹ ਮੇਰੀ ਖਾਤਰ ਮਰਿਆ ਤੇ ਉਸਨੇ ਮੇਰੀ ਖਾਤਰ ਤਾੜਨਾ ਝੱਲੀ, ਜਾਂ ਉਹ ਮੇਰੀ ਖਾਤਰ ਕਰੂਸ ਦੇ ਉੱਤੇ ਮਰ ਗਿਆ, ਮੈਂ ਆਪਣੇ ਪਾਪਾਂ ਤੋਂ ਨਿਜਾਤ ਪਾ ਲਈ, ਛੁਟਕਾਰਾ ਪਾ ਲਿਆ। ਸਿਰਫ ਕਹਿਣਾ ਹੀ ਕੰਪਲੀਟ ਨਹੀਂ ਹੈਗਾ। ਉਹ ਤਾਂ ਚਲੋ ਆਪਾਂ ਇੱਕ ਸ਼ਬਦਾਂ ਦੇ ਨਾਲ ਮੰਨ ਲੈਂਦੇ ਆ, ਪਰ ਅਸਲ ਦੇ ਵਿੱਚ ਇਹਨੂੰ ਜ਼ਿੰਦਗੀ ਦੇ ਵਿੱਚ ਲਾਗੂ ਕਰਨਾ ਬਹੁਤ ਜ਼ਰੂਰੀ ਆ।
ਮੈਂ ਨਹੀਂ ਕਹਿੰਦਾ ਕਿ ਮੇਰੀ ਜ਼ਿੰਦਗੀ 'ਚ ਲਾਗੂ ਹੋ ਚੁੱਕਾ। ਅਸੀਂ ਇੱਕ ਦੂਜੇ ਵਾਸਤੇ ਪ੍ਰਾਰਥਨਾ ਕਰੀਏ ਕਿ ਤੁਹਾਡੀ ਵੀ ਤੇ ਮੇਰੀ ਵੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦਾ ਉਹ ਵਰਲਡ ਪੂਰਾ ਹੋਵੇ ਜੋ ਪਰਮੇਸ਼ਵਰ ਨੇ ਉਤਪਤੀ ਦੇ ਵਿੱਚ ਬੋਇਆ ਕਿ ਮੈਂ ਤੁਹਾਨੂੰ ਆਪਣੇ ਸਰਬਰੂਪ ਬਣਾਉਣਾ। ਸੱਚਮੁੱਚ ਪਰਮੇਸ਼ਵਰ ਉਸ ਨਸਲ ਨੂੰ ਸਾਡੇ ਤੇ ਯਿਸੂ ਮਸੀਹ ਦੁਆਰਾ ਜੋ ਦੁਆਰਾ ਤੋਂ ਭੇਜੀ ਗਈ ਹੈ ਸਾਡੇ ਤੇ ਕਾਇਮ ਕਰੇ। ਸੋ ਸਾਰਿਆਂ ਨੂੰ ਜੈ ਮਸੀਹ ਦੀ, ਪ੍ਰੇਜ਼ ਦਾ ਲਾਰਡ।